12ਵੀਂ ਦੀ ਇਸ ਪੰਜਾਬੀ ਜਮਾਤ ਵਿੱਚ ਆਪ ਸਭ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਆਪਣੀ ਇਸ ਵੀਡੀਓ ਰਾਹੀਂ ਕਵੀ ਸੁਰਜੀਤ ਪਾਤਰ ਦੀ ਕਵਿਤਾ ਉਹ ਦਿਨ ਦੀ ਵਿਆਖਿਆ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਦਿਨ ਕਵਿਤਾ ਬਾਰੇ ਮੁੱਢਲੀ ਜਾਣਕਾਰੀ ਦਿੰਦਾ ਹਾਂ। ਉਦਾਸ ਪ੍ਰਕਿਰਤੀ ਕੀ ਹੈ ਕਿ ਇਹ ਕਵੀ ਕਿਸੇ ਨਾ ਕਿਸੇ ਪੀੜ ਦੁੱਖ ਕਰਕੇ ਉਦਾਸ ਹੈ। ਬੀਤੇ ਦਿਨ ਦੀ ਯਾਦ ਉਸ ਨੂੰ ਸਤਾਉਂਦੀ ਹੈ। ਨੈਕਸਟ ਪੁਆਇੰਟ, ਦੁਖਦਾਈ ਅਤੀਤ ਦੀ ਮੁਸ਼ਕਲ ਕਿ ਵਿਛੜੇ ਕਿਸੇ ਜੀ ਨਾਲ ਇਹ ਉਹ ਦਿਨ ਜਿਸ ਨੂੰ ਬੀਤੇ ਦਿਨ ਗਵਾਚ ਗਏ ਹਨ ਉਹਨਾਂ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਕਰਦਾ ਹੈ ਕਵੀ, ਪਰ ਜੋ ਇੱਕ ਵਾਰੀ ਦਿਨ ਸਮਾਂ ਕੋਲੋਂ ਨਿਕਲ ਜਾਂਦਾ ਹੈ ਉਹ ਕਦੀ ਵੀ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਚੀਜ਼ ਦੀ ਪੀੜਾ ਜਿਹੜੀ ਹੈ ਉਹ ਕਵੀ ਨੂੰ ਸਤਾ ਰਹੀ ਹੈ। ਨੈਕਸਟ ਪੁਆਇੰਟ, ਘਰੋਂ ਰੁੱਸ ਕੇ ਗਏ ਜੀ ਨਾਲ ਤੁਲਨਾ ਕਿ ਕੋਈ ਘਰੋਂ ਜੀ ਰੁੱਸ ਕੇ ਗਿਆ ਉਹਦੇ ਨਾਲ ਤੁਲਨਾ ਜਿਹੜੀ ਆ ਸਮੇਂ ਦੀ ਕੀਤੀ ਗਈ ਹੈ ਕਿ ਜੋ ਸਮਾਂ ਜੋ ਦਿਨ ਸਾਡੇ ਹੱਥੋਂ ਨਿਕਲ ਗਿਆ ਉਹ ਕਦੀ ਵੀ ਵਾਪਸ ਨਹੀਂ ਆਉਣਾ। ਔਰ ਸਮਾਂ ਘਰੋਂ ਰੁੱਸ ਕੇ ਗਏ ਕਿਸੇ ਜੀ ਨਾਲ ਤੁਲਨਾ ਕਰਦਾ ਹੈ ਕਵੀ ਕਿ ਸਮਾਂ ਜੋ ਸਾਡੇ ਹੱਥੋਂ ਨਿਕਲ ਗਿਆ ਉਹ ਮੁੜ ਵਾਪਸ ਨਹੀਂ ਆਉਣਾ, ਕਿਉਂਕਿ ਕਦੀ ਵੀ ਸਮਾਂ ਜਿਹੜਾ ਵਾ ਉਹ ਮੁੜ ਕੇ ਹੱਥ ਵਾਪਸ ਨਹੀਂ ਆਉਂਦਾ। ਔਰ ਕਵੀ ਨੂੰ ਇਹ ਪੀੜਾ ਬੜੀ ਹੀ ਸਤਾ ਰਹੀ ਹੈ। ਹੁਣ ਅਸੀਂ ਕਵਿਤਾ ਜਿਹੜੀ ਆ ਉਹ ਪੜ੍ਹਾਂਗੇ। ਉਹ ਦਿਨ ਪਹਿਲੇ ਪੈਰੇ ਦੀ ਵਿਆਖਿਆ ਕਰਾਂਗੇ। ਉਹ ਦਿਨ ਜੇ ਹੁਣ ਕਿਤੇ ਮਿਲੇ, ਮੈਂ ਉਸ ਦੇ ਚਿੱਟੇ ਹੰਸ ਜਿਹੇ ਜ਼ਖਮੀ ਪਿੰਡੇ 'ਤੇ ਮਲਮ ਲਾ ਦੇਵਾਂ, ਪਰ ਦਿਨ ਕੋਈ ਘਰੋਂ ਰੁੱਸ ਕੇ ਗਿਆ ਜੀ ਤਾਂ ਨਹੀਂ, ਜਿਸ ਦੀ ਕਦੀ ਕਿਤੇ ਦੱਸ ਪਵੇ ਕਦੀ ਕਿਤੇ, ਤੇ ਫਿਰ ਕਿਸੇ ਸ਼ਾਮ ਉਹ ਫਟੇ ਹਾਲ ਘਰ ਆ ਜਾਵੇ, ਜਾਂ ਕਿਸੇ ਸਟੇਸ਼ਨ 'ਤੇ ਗੱਡੀ ਉਡੀਕਦਾ ਮਿਲ ਜਾਵੇ। ਉਹ ਦਿਨ ਜੇ ਹੁਣ ਕਿਤੇ ਮਿਲੇ, ਕਿਤੇ ਮਿਲੇ ਕਿ ਕਵੀ ਦੱਸਦਾ, ਉਹਨੇ ਬੜਾ ਹੀ ਵਧੀਆ ਸਮਝਾਉਣਾ ਕੀਤਾ ਕਿ ਭਾਵ ਕਿ ਕਵੀ ਬੀਤੇ ਦਿਨਾਂ ਨੂੰ ਵਾਪਸ ਲਿਆਉਣ ਦੀ ਇੱਛਾ ਨੂੰ ਪ੍ਰਗਟ ਕਰਦਿਆਂ ਆਖਦਾ ਕਿ ਜੇ ਕਿਧਰੇ ਉਹ ਦਿਨ ਮਿਲ ਜਾਣ ਤਦ ਉਹ ਉਸ ਦਿਨ ਦੇ ਚਿੱਟੇ ਕਿ ਮੈਂ ਉਸ ਦੇ ਚਿੱਟੇ ਹੰਸ ਜਿਹੇ ਜ਼ਖਮੀ ਪਿੰਡੇ 'ਤੇ ਮਲਮ ਲਾ ਦੇਵਾਂ। ਤੇ ਫਿਰ ਕਹਿੰਦਾ ਕਿ ਉਸ ਦਿਨ ਦੇ ਚਿੱਟੇ ਹੰਸ ਵਰਗੇ ਸਰੀਰ ਉੱਤੇ ਮਲਮ ਲਾ ਦੇਵਾਂ ਜੇ ਕਿਤੇ ਮੈਨੂੰ ਉਹ ਬੀਤਿਆ ਸਮਾਂ ਜਿਹੜਾ ਮਿਲ ਜਾਵੇ, ਪਰ ਦਿਨ ਕੋਈ ਘਰੋਂ ਰੁੱਸ ਕੇ ਗਿਆ ਜੀ ਤਾਂ ਨਹੀਂ, ਜਿਸ ਦੀ ਕਦੀ ਕਿਤੇ ਦੱਸ ਪਵੇ ਕਦੀ ਕਿਤੇ, ਤੇ ਫਿਰ ਕਿਸੇ ਸ਼ਾਮ। ਫਿਰ ਭਾਵ ਉਹ ਬੀਤੇ ਦਿਨ ਦੀਆਂ ਕੌੜੀਆਂ ਯਾਦਾਂ ਨੂੰ ਵੀ ਮਿੱਠੀਆਂ ਯਾਦਾਂ ਵਿੱਚ ਬਦਲ ਦੇਵੇ। ਪਰ ਅੱਗੇ ਜਾ ਕੇ ਉਹ ਖੁਦ ਹੀ ਆਖਦਾ ਕਿ ਦਿਨ ਕੋਈ ਘਰੋਂ ਨਾਰਾਜ਼ ਹੋ ਕੇ ਜੀ ਵਰਗਾ ਨਹੀਂ ਹੁੰਦਾ, ਜਿਸ ਦੀ ਕਿਸੇ ਥਾਂ 'ਤੇ ਹੁਣ ਦੱਸ ਪੈ ਜਾਵੇ, ਜਾਂ ਕਿਸੇ ਸ਼ਾਮ ਭੈੜੀ ਹਾਲਤ ਵਿੱਚ ਘਰ ਆ ਜਾਵੇ। ਉਹ ਫਟੇ ਹਾਲ ਘਰ ਆ ਜਾਵੇ ਕਿ ਜੇਕਰ ਕਹਿੰਦੇ ਕਿ ਉਹ ਫਟੇ ਹਾਲ ਭੈੜੀ ਹਾਲਤ ਵਿੱਚ ਕਿਸੇ ਸਟੇਸ਼ਨ ਕਿ ਜਾਂ ਕਿਸੇ ਸਟੇਸ਼ਨ 'ਤੇ ਗੱਡੀ ਉਡੀਕਦਾ ਮਿਲ ਜਾਵੇ, ਕਿ ਭਾਵ ਕਿ ਜੇਕਰ ਉਹ ਬਹੁਤ ਹੀ ਮਾੜੀ ਹਾਲ ਵਿੱਚ ਜਿਹੜਾ ਵਾ ਉਹਨੂੰ ਕਿਸੇ ਜਗ੍ਹਾ ਦੇ ਉੱਤੇ ਗੱਡੀ ਉਡੀਕਦਾ ਮਿਲ ਜਾਵੇ, ਭਾਵ ਬੀਤਿਆ ਦਿਨ ਅਚਾਨਕ ਸਟੇਸ਼ਨ ਉੱਤੇ ਕਿਸੇ ਗੱਡੀ ਨੂੰ ਉਡੀਕਦਾ ਮਿਲ ਜਾਵੇ, ਭਾਵ ਕਿ ਕਵੀ ਨੇ ਜਿੰਨੀ ਵੀ ਇਹਦੀ ਤੁਲਨਾ ਵਾ ਸਾਰੀ ਹੀ ਸਮੇਂ ਦੇ ਨਾਲ ਕੀਤੀ ਆ। ਜੋ ਸਮਾਂ ਸਾਡੇ ਹੱਥੋਂ ਨਿਕਲ ਗਿਆ ਮੁੜ ਕੇ ਸਾਡੇ ਹੱਥ ਵਾਪਸ ਨਹੀਂ ਆਉਂਦਾ। ਔਰ ਉਹ ਦਿਨ ਦੀ ਗੱਲ ਕਰਦਾ ਕਿ ਜੇ ਕਿਤੇ ਮੈਨੂੰ ਉਹ ਦਿਨ ਮਿਲ ਜਾਵੇ ਤਾਂ ਮੈਂ ਉਹ ਦਿਨ ਬਦਲ ਦੇਵਾਂ, ਉਹਦੇ ਹੰਸ ਵਰਗੇ ਪਿੰਡੇ ਦੇ ਉੱਤੇ ਮਲਮ ਜਿਹੜੀ ਆ ਉਹ ਲਾ ਦੇਵਾਂ। ਫਟੇ ਹਾਲ ਦਾ ਮਤਲਬ ਹੈ ਕਿ ਬੁਰੀ ਹਾਲਤ ਵਿੱਚ,
ਕਿ ਜੇਕਰ ਕੁਝ ਸਮਾਂ ਸਾਡੇ ਕੋਲੋਂ ਅਤੀਤ ਵਿੱਚੋਂ ਨਿਕਲ ਜਾਂਦਾ ਵਾ, ਉਹਦੀ ਗੱਲ ਜਿਹੜੀ ਆ ਕਵੀ ਨੇ ਬੜੇ ਹੀ ਵਧੀਆ ਤਰੀਕੇ ਨਾਲ ਸੁਰਜੀਤ ਪਾਤਰ ਜਿਹੜਾ ਵਾ ਉਹ ਸਾਨੂੰ ਸਮਝਾਉਣਾ ਕਰ ਰਿਹਾ ਵਾ ਕਿ ਮੁੱਢ ਵਿੱਚ ਹੀ ਬੀਤੇ ਦਿਨਾਂ ਨੂੰ ਚਿੰਟੇ ਹੰਸ ਜਿਹੜਾ ਵਾ ਉਹਦੇ ਨਾਲ ਕਵੀ ਨੇ ਉਪਮਾਇਆ ਵਾ ਅਤੇ ਬੜਾ ਹੀ ਵਧੀਆ ਜਿਹੜਾ ਉਹ ਸਮਝਾਉਣ ਦੀ ਗੱਲ ਕਰਦਾ ਕਿ ਚਿੱਟੇ ਹੰਸ ਵਰਗੇ ਪਿੰਡੇ ਉੱਤੇ ਮਲਮ ਨਹੀਂ ਲਗਾਈ ਜਾ ਸਕਦੀ, ਨਾ ਹੀ ਦਿਨ ਘਰੋਂ ਰੁੱਸਿਆ ਕੋਈ ਜੀ ਹੋ ਸਕਦਾ, ਕਿਉਂਕਿ ਜੋ ਤੀਜਾ ਬੰਦਾ ਦੱਸ ਪਾਵੇ ਉਹ ਕਿੱਥੇ ਹੈ, ਨਾ ਹੀ ਦਿਨ ਅਜਿਹਾ ਨਾਰਾਜ਼ ਹੋਇਆ ਜੀ ਸਕਦਾ, ਕਿਉਂਕਿ ਜੋ ਸਾਡੇ ਕੋਲੋਂ ਸਮਾਂ ਇੱਕ ਵਾਰੀ ਨਿਕਲ ਗਿਆ ਉਹ ਸਮਾਂ ਕਦੀ ਵੀ ਵਾਪਸ ਨਹੀਂ ਆਉਣਾ। ਸੈਕੰਡ ਦੂਸਰੇ ਪੈਰਾ, ਦਿਨ ਕੋਈ ਘਰੋਂ ਰੁੱਸ ਕੇ ਗਏ ਜੀ ਤਾਂ ਨਹੀਂ, ਦਿਨ ਤਾਂ ਸਾਡੇ ਹੱਥੋਂ ਮਰਿਆਂ ਦੇ ਕਰਹਾਉਂਦੇ ਪ੍ਰੇਤ ਹਨ, ਜਿਨ੍ਹਾਂ ਦੇ ਜ਼ਖਮਾਂ ਤੱਕ ਹੁਣ ਸਾਡੇ ਹੱਥ ਨਹੀਂ ਪਹੁੰਚਦੇ, ਹੁਣ ਬੀਤੇ ਕੱਲ ਤੀਕ ਸਦੀਆਂ ਤੱਕ ਵੀ ਨਹੀਂ ਪਹੁੰਚਦੀ ਅੱਜ ਦੀ ਚੀਕ, ਕਿ ਦਿਨ ਕੋਈ ਘਰੋਂ ਰੁੱਸ ਕੇ ਗਏ ਜੀ ਤਾਂ ਨਹੀਂ, ਦਿਨ ਤਾਂ ਸਾਡੇ ਹੱਥੋਂ ਮਰਿਆਂ ਦੇ ਕਰਹਾਉਂਦੇ ਪ੍ਰੇਤ ਨੇ। ਕਿ ਕਵੀ ਫੇਰ ਬੜਾ ਵਧੀਆ ਸਮਝਾਉਣਾ ਕਰਦਾ ਕਿ ਕਵੀ ਕਹਿੰਦਾ ਕਿ ਬੀਤਿਆ ਦਿਨ ਕੋਈ ਘਰੋਂ ਨਾਰਾਜ਼ ਹੋ ਕੇ ਗਿਆ ਜੀ ਨਹੀਂ ਹੁੰਦਾ, ਅਸਲ ਵਿੱਚ ਬੀਤੇ ਦਿਨ ਸਾਡੇ ਹੱਥੋਂ ਮਾਰੇ ਗਏ ਉਹ ਭੂਤ ਪ੍ਰੇਤ ਹੁੰਦੇ ਹਨ ਜੋ ਦਰਦ ਜਾਂ ਪੀੜ ਕਾਰਨ ਕਰਲਾਉਂਦੇ ਰਹਿੰਦੇ ਹਨ। ਭਾਵ ਦਿਨ ਭਾਵੇਂ ਭੂਤਕਾਲ ਦੀ ਗੱਲ ਬਣ ਜਾਂਦੇ ਹਨ, ਪਰੰਤੂ ਉਹਨਾਂ ਦੀ ਕੁਰਲਾਹਟ ਜਾਂ ਪੀੜ ਕਾਰਨ ਵਿਲਕਣਾ ਫਿਰ ਵੀ ਪਿੱਛੇ ਬਚੀ ਹੁੰਦੀ ਹੈ, ਔਰ ਜਿਨ੍ਹਾਂ ਦੇ ਜ਼ਖਮਾਂ ਤੱਕ ਹੁਣ ਸਾਡੇ ਹੱਥ ਨਹੀਂ ਪਹੁੰਚਦੇ, ਹੁਣ ਬੀਤੇ ਕੱਲ ਤੀਕ ਸਦੀ ਕੱਲ ਤੀਕ। ਫਿਰ ਕਵੀ ਕਹਿੰਦਾ ਕਿ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਪ੍ਰੇਤਾਂ ਦੇ ਜ਼ਖਮਾਂ ਤੱਕ ਸਾਡੇ ਹੱਥ ਪਹੁੰਚ ਨਹੀਂ ਸਕਦੇ। ਹਾਂ, ਅਸੀਂ ਬੀਤੇ ਦੇ ਦੁੱਖਾਂ ਅਹਿਸਾਸਾਂ ਨੂੰ ਉਸੇ ਰੂਪ ਵਿੱਚ ਵਾਪਸ ਨਹੀਂ ਲਿਆ ਸਕਦੇ, ਅਜਿਹਾ ਕਰਨਾ ਸੰਭਵ ਨਹੀਂ ਹੈ, ਕਿਉਂਕਿ ਸਦੀਆਂ ਕਿ ਹੁਣ ਬੀਤੇ ਕੱਲ ਤੀਕ ਸਦੀਆਂ ਤੱਕ ਵੀ ਨਹੀਂ ਪਹੁੰਚਦੀ ਅੱਜ ਦੀ ਚੀਕ। ਕਿ ਫਿਰ ਬੜਾ ਵਧੀਆ ਸਮਝਾਉਣਾ ਕੀਤਾ ਕਿ ਕਿਉਂਕਿ ਬੀਤੇ ਕੱਲ ਤੱਕ ਸਾਡੀ ਕੋਈ ਚੀਕ ਸਦੀਆਂ ਤੱਕ ਨਹੀਂ ਪਹੁੰਚ ਸਕਦੀ, ਜਿਹੜਾ ਸਮਾਂ ਸਾਡੇ ਹੱਥੋਂ ਨਿਕਲ ਗਿਆ ਜਿੰਨਾ ਮਰਜ਼ੀ ਅਸੀਂ ਚੀਕ ਚਹਾੜਾ ਰੌਲਾ ਪਾਈਏ, ਪਰ ਕਦੀ ਵੀ ਉਹ ਸਾਡੀ ਜਿਹੜੀ ਉਹਦੇ ਤੱਕ ਆਵਾਜ਼ ਨਹੀਂ ਪਹੁੰਚਣੀ। ਭਾਵ ਬੀਤੇ ਸਮੇਂ ਦੇ ਅਹਿਸਾਸਾਂ ਤੱਕ ਪਹੁੰਚਣਾ ਇੱਕ ਅਸੰਭਵ ਜਿਹੀ ਗੱਲ ਹੈ। ਅਤੇ ਫਿਰ ਇਹਦੇ ਵਿੱਚ ਬੜਾ ਵਧੀਆ ਕਿ ਪ੍ਰੇਤ ਬੀਤਿਆ ਕੱਲ ਸਮਾਂ ਜਿਹੜਾ ਇਹਦੇ ਨਾਲ ਫਿਰ ਅੱਜ ਦੀ ਚੀਕ ਵਰਤਮਾਨ ਦੀ ਆਵਾਜ਼, ਕਿ ਇਹ ਵਰਤਮਾਨ ਦੀ ਆਵਾਜ਼ ਹੈ ਕਿ ਜਿਹੜੇ ਸਾਡੇ ਹੱਥੋਂ ਨਿਕਲ ਗਈ ਹੈ। ਰੁੱਸਣਾ ਹੈ, ਨਾਰਾਜ਼ ਹੋਣਾ, ਕਿ ਕਰਲਾਉਂਦਾ ਪੀੜ ਦੇ ਨਾਲ ਵਿਲਕਦਾ, ਔਰ ਇਹਦੇ ਨਾਲ ਬੜੀ ਹੀ ਵਧੀਆ ਤੁਲਨਾ ਜਿਹੜੀ ਆ ਉਹ ਕਵੀ ਨੇ ਕੀਤੀ ਹੈ ਕਿ ਜਿਹੜਾ ਸਾਡੇ ਹੱਥੋਂ ਸਮਾਂ ਜਿਹੜਾ ਵਾ ਉਹ ਨਿਕਲ ਜਾਂਦਾ ਵਾ, ਕਿ ਬੀਤੇ ਦਿਨ ਕਦੀ, ਫਿਰ ਕਹਿੰਦਾ ਕਵੀ ਕਿ ਜੇਕਰ ਬੀਤੇ ਦਿਨ ਕਦੀ ਉਹਨੂੰ ਮਿਲ ਜਾਣ ਤਾਂ ਉਹ ਉਹਨਾਂ ਨੂੰ ਦਾ ਆਨੰਦ ਮਾਣੇ, ਪਰ ਉਹ ਆਨੰਦ ਨਹੀਂ ਮਾਣ ਸਕਦਾ, ਕਿਉਂਕਿ ਜੋ ਬੀਤਿਆ ਸਮਾਂ ਸਾਡੇ ਹੱਥੋਂ ਨਿਕਲ ਗਿਆ ਉਹ ਕਦੀ ਵੀ ਵਾਪਸ ਜਿਹੜਾ ਵਾ ਨਹੀਂ ਆਉਣਾ। ਅਸੀਂ ਆਪਣੇ ਅਤੀਤ ਨੂੰ ਯਾਦ ਕਰ ਸਕਦੇ ਹਾਂ, ਪਰ ਅਸੀਂ ਉਸ ਨੂੰ ਮੁੜ ਕਦੀ ਵੀ ਲਿਆ ਨਹੀਂ ਸਕਦੇ। ਇਸ ਕਰਕੇ ਕਵੀ ਸੋਚਦਾ ਕਿ ਜੇਕਰ ਕਿਤੇ ਮੈਨੂੰ ਉਹ ਦਿਨ ਮਿਲ ਜਾਣ ਅਤੇ ਮੈਂ ਉਹ ਦਿਨ ਜਿਹੜੇ ਆ ਉਹਨਾਂ ਨੂੰ ਬਦਲ ਦੇਵਾਂ, ਪਰ ਇਸ ਤਰ੍ਹਾਂ ਨਹੀਂ ਹੋ ਸਕਦਾ। ਕਵੀ ਜਿਹੜਾ ਵਾ ਇਸ ਦਰਦ ਔਰ ਚੀਕ ਦੇ ਵਿੱਚ ਜਿਹੜਾ ਤੜਫਦਾ ਹੈ, ਸਦੀਆਂ ਤੱਕ ਉਹਦੀ ਆਵਾਜ਼ ਜਿਹੜੀ ਉਹ ਨਹੀਂ ਪਹੁੰਚ ਸਕਦੀ। ਭਾਵ ਬੀਤੇ ਸਮੇਂ ਦੇ ਅਹਿਸਾਸਾਂ ਤੱਕ ਪਹੁੰਚਣਾ ਇੱਕ ਅਸੰਭਵ ਜਿਹੀ ਗੱਲ ਹੈ। ਭਾਵ ਕਿ ਦੁੱਖਾਂ ਭਰੇ ਅਹਿਸਾਸਾਂ ਵਾਲੇ ਦਿਨ ਜਿਹੜੇ ਆ ਕਦੀ ਵੀ ਉਹ ਫਿਰ ਸੋਚਦਾ ਕਿ ਹਾਂ ਵਾਪਸ ਨਹੀਂ ਆਉਂਦੇ। ਭਾਵ ਕਿ ਬੜਾ ਹੀ ਵਧੀਆ ਕਿ ਜਿੰਨਾ ਮਰਜ਼ੀ ਅਸੀਂ ਰੌਲਾ ਪਾ ਲਈਏ, ਪਰ ਅਸੀਂ ਜਿਹੜਾ ਵਾ ਉੱਥੋਂ ਤੱਕ ਆਪਣੇ ਅਤੀਤ ਜੋ ਸਾਡਾ ਬੀਤ ਗਿਆ ਉਹਦੇ ਤੱਕ ਅਸੀਂ ਨਹੀਂ ਪਹੁੰਚ ਸਕਦੇ। ਓਕੇ, ਧੰਨਵਾਦ।